क्योंकि ऐसा संघ की वो समा आ चुका है कि जो चैंपियंस के ड्रामा में आई संघ की विनती करा कि जो पास होगा उन्होंने वो अपने होगा तो स्विच ऑफ कर लेना ताकि सत्संग के दौरान के ना होवे और ਜਿਹੜੀ ਸੰਗਤ ਨੂੰ ਕੁਝ ਲੇਟ ਆ ਰਹੀ ਹੈ ਉਹਨਾਂ ਦੀ ਬੇਨਤੀ ਹੈ ਕਿ ਕੁਝ ਬੈਠ ਕੇ ਬਾਤਾਂ ਕਰਨ ਉਹਨਾਂ ਲਗਾਈ ਹੋਗਾ ਸਾਨੂੰ ਜੋ ਮਿਲਿਆ ਹੈ बाणी स्वामी जी महाराज शब्द तीसरा। धोखा मत खाना जग आए प्यारे, धोखा मत खाना जग आए, धोखा मत खाना जग आए प्यारे, धोखा मत खाना जग आए। ये बाणी स्वामी जी महाराज दी है। जो कुछ साढ़े नाल वर्तमान हुंदा है सो संत बाणी च लिखते है। असी हर गल का धोखा खा रहे हैं। ये मन सानू धोखा दे रहा। मन की गल असी बड़ी छेती मनते हैं और सतगुर दी नहीं मनते। मन एक सैकेंडा विच सानू बदल लैंदा है। सतगुर सारी जिंदगी ला देवे भावें जितना मर्जी ये नाल परोपकार करे वो सारा भुल जाता है। गुरु साहब जी बड़े प्यार दे नाल फरमा रहे है, ऐ प्यारे देखी किते धोखा न लग जाए। हजूर महाराज बाबा सौण सिंह जी कई बार सत्संग 47 दे पहला सत्संग दे विच फरमाउंदे हुंदे सी, जे पशु मरिया किसी का तो छड्डो गुरु नूं, जे किसी का बिजनेस डाउन हो गया तो छड्डो गुरु नूं, जे फसल मारिया गया तो छड्डो गुरु नूं, जे कोई बंदा नसकानिया गया तो छड्डो गुरु नूं। इन्हां कम्मां दे विच गुरु का कोई मतलब नहीं है। असी इन्हां कम्मां दे विच मुरशद नूं रखिया। ये चीज़ां साढ़े कर्मां अनुसार वध घट होंदियां रहनियां ने। अगर असी इन्हां चीज़ां दे पिछे लगांगे तो असी मुरशद का प्यार जिहड़ा हो नहीं लै सकते, ना ही सानू कुछ भी मिल सकता है। मन सानू धोखा दे देगा कि विछड़ जावांगे, विछड़ के 84 च जावांगे। हजूर कई बार फरमाउंदे हुंदे जिहड़ी कूंज विछड़ जाती अपने अड़ार चों वो कली कुरलांदी रहिंदी है। जिंदगी की उसनूं चिंता ही पई रहिंदी है। इसी तरह साड़ी भी हालत हो जाती है कि असी भी जब धोखा खा जावांगे मन का तो सारी जिंदगी की बीमारी बन जाती है। वो गल साढ़े अंदरों निकल नहीं सकती
ਜਦੋਂ ਰਾਂਝੇ ਨੂੰ ਨਾਮ ਦਿੱਤਾ ਹੈ, ਬਾਲੇਨਾਥ ਨੇ ਨਾਮ ਦਿੱਤਾ ਤੇ ਸਮਝਾਇਆ, ਜਦੋਂ ਰਹਿਤਾਂ ਦਸੀਆਂ ਤੇ ਰਾਂਝਾ ਕਹਿੰਦਾ ਕਿ ਇਹ ਗੱਲਾਂ ਤਾਂ ਨਹੀਂ ਮੇਰੇ ਕੋਲ ਪੂਰੀਆਂ ਹੋਣੀਆਂ, ਤੂੰ ਆਪਣਾ ਨਾਮ ਲੈ ਲੈ। ਉਹਨਾਂ ਕਿਹਾ ਨਾਮ ਤਾਂ ਨਹੀਂ ਹੁਣ ਵਾਪਸ ਹੋ ਸਕਦਾ, ਨਾਮ ਤੇ ਤੇਰੇ ਰੂਮ 'ਚ ਅਜ਼ਰ ਗਿਆ। ਇਹ ਤੇਜ਼ਾਬ ਜਿਹੜਾ ਹੁੰਦਾ ਹੈ, ਤੇਜ਼ਾਬ ਤੁਸੀਂ ਤਲੀ 'ਤੇ ਰੱਖੋ, ਦੂਜੇ ਪਾਸੇ ਨਿਕਲ ਜਾਂਦਾ ਹੈ, ਇਹ ਵਾਪਸ ਨਹੀਂ ਲੈਤਾ ਜਾਂਦਾ। ਰਾਂਝੇ ਨੇ ਕਿਹਾ ਕਿ ਲੋਕੀ ਦੇਣ ਗਾਲਾਂ, ਅਸੀਂ ਚੁੱਪ ਕਰੀਏ? ਏਡੇ ਸਬਰ ਦੇ ਪੈਰ ਕਿਸੇ ਧੋਵਣੇ ਨੇ? ਕਹਿੰਦੇ ਲੋਕੀ ਗਾਲਾਂ ਦੇਣਗੇ ਤੇ ਅਸੀਂ ਚੁੱਪ ਕਰਾਂਗੇ? ਇੰਨਾ ਸਬਰ ਸਾਡੇ ਪਾਸੋਂ ਨਹੀਂ ਹੋਣਾ, ਤੂੰ ਆਪਣਾ ਨਾਮ ਲੈ ਲੈ। ਉਹਨਾਂ ਕਿਹਾ ਹੁਣ ਨਾਮ ਨਹੀਂ ਲੈਤਾ ਜਾਂਦਾ, ਨਾਮ ਨਹੀਂ ਵਾਪਸ ਹੁੰਦਾ, ਇਹ ਤੈਨੂੰ ਕਰਨਾ ਹੀ ਪਏਗਾ। ਇਸ ਵਾਸਤੇ ਭਾਵੇਂ ਅਸੀਂ ਛੱਡ ਦਈਏ, ਰੱਖ ਲਈਏ, ਮੁਰਸ਼ਿਦ ਦਾ ਲੜ ਛੱਡ ਦਈਏ, ਸਾਧ ਸੰਗਤ ਨੂੰ ਛੱਡ ਦਈਏ, ਮਗਰ ਉਹ ਜਿਹੜੀ ਚੀਜ਼ ਵਿੱਚ ਅਤਰ ਗਈ ਹੈ ਉਹ ਨਹੀਂ ਨਿਕਲ ਸਕਦੀ। ਉਹ ਇੱਕ ਚਿੰਤਾ ਦਾ ਖਜ਼ਾਨਾ ਬਣ ਜਾਂਦਾ, ਬੰਦੇ ਨੂੰ ਮਨ ਧੋਖਾ ਦੇ ਦਿੰਦਾ। ਬੜਿਆਂ ਨੂੰ ਧੋਖਾ ਮਨ ਨੇ ਦੇ ਦਿੱਤਾ। ਪਰਾਸਰ ਰਿਸ਼ੀ ਜੀ ਯੋਗ ਅਭਿਆਸ ਕਰਕੇ ਆਪਣੇ ਘਰ ਨੂੰ ਜਾ ਰਹੇ ਸੀ, ਦਰਿਆ ਨੂੰ ਲੰਘਦੇ ਹੀ ਧੋਖਾ ਲੱਗ ਗਿਆ, ਮਨ ਨੇ ਧੋਖਾ ਦੇ ਦਿੱਤਾ, ਮਾਰਿਆ ਗਿਆ। ਯੋਗ ਅਭਿਆਸ ਜਿਹੜਾ ਖਤਮ ਹੋ ਗਿਆ। ਦਰਵਾਸ਼ਾ ਜੀ, ਜਿਸ ਦਾ ਆਦਰ ਮਾਣ ਕ੍ਰਿਸ਼ਨ ਭਗਵਾਨ ਵੀ ਮਹਾਰਾਜ ਕਰਦੇ ਹੁੰਦੇ ਸਨ, ਪਰਸ਼ਰਾ ਨੇ ਆ ਕੇ ਸਵਰਗਾਂ 'ਚੋਂ ਲੁੱਟ ਲਿਆ, ਧੋਖਾ ਦੇ ਗਿਆ ਮਨ ਦਾ ਧੋਖਾ ਦਿੱਤਾ ਹੋਇਆ ਜਿਹੜਾ, ਇਹ ਕਦੀ ਵੀ ਪੂਰਾ ਨਹੀਂ ਹੋ ਸਕਦਾ। 88,000 ਵਰਸ ਰਿਸ਼ੀ ਨੇ ਤਪੱਸਿਆ ਕੀਤੀ, ਮਨ ਨੇ ਧੋਖਾ ਦਿੱਤਾ, 1 ਮਿੰਟਾਂ 'ਚ ਖਤਮ ਹੋ ਗਿਆ। ਕਦ 88,000 ਵਰਸ ਮੁੜ ਕੇ ਤਪੱਸਿਆ ਕਰੇਗਾ ਔਰ ਆਪਣੀ ਜਗ੍ਹਾ 'ਤੇ ਖੜਾ ਹੋਏਗਾ। ਇਸ ਵਾਸਤੇ ਸਵਾਮੀ ਜੀ ਮਹਾਰਾਜ ਬਾਣੀ 'ਚ ਫਰਮਾ ਰਹੇ ਹੈ ਕਿ ਸਾਨੂੰ ਹਰ ਚੀਜ਼ ਧੋਖਾ ਦੇ ਰਹੀ ਹੈ। ਸਾਡਾ ਸਰੀਰ ਸਾਨੂੰ ਧੋਖਾ ਦੇ ਰਿਹਾ, ਸਾਡੀ ਅਕਲ ਸ਼ਕਲ ਸਾਨੂੰ ਧੋਖਾ ਦੇ ਰਹੀ ਹੈ। ਸੂਰਦਾਸ ਅੰਨਾ ਨਹੀਂ ਸੀ ਹੈਗਾ, ਸੂਰਦਾਸ ਅੰਨਾ ਨਹੀਂ ਸੀ, ਅੰਨਾ ਹੋਇਆ ਸੀ ਕਿਉਂਕਿ ਅੱਖਾਂ ਨੂੰ ਸਮਝਾਇਆ, ਅੱਖਾਂ ਆਖੇ ਨਹੀਂ ਲੱਗੀਆਂ। ਬੜਾ ਸਮਝਾਇਆ ਉਸਨੇ, ਬਹੁਤ ਕੋਸ਼ਿਸ਼ ਕੀਤੀ ਸਮਝਾਉਣ ਦੀ, ਇਹ ਅੱਖਾਂ ਆਖੇ ਨਹੀਂ ਲੱਗੀਆਂ। ਫਿਰ ਸਲਾਈਆਂ ਪਖਾ ਕੇ ਲੋਹੇ ਦੀਆਂ ਅੱਖਾਂ ਦੇ ਵਿੱਚ ਫੇਰ ਦਿੱਤੀਆਂ ਕਿ ਜੇ ਤੁਸੀਂ ਨਹੀਂ ਸਮਝਦੀਆਂ ਤਾਂ ਜ਼ਿੰਦਗੀ ਭਰ ਤੁਸੀਂ ਇਸ ਤਰ੍ਹਾਂ ਰਹੋਗੀਆਂ, ਇਹ ਸਜ਼ਾ ਤੁਹਾਨੂੰ ਰਹੇਗੀ। ਸੂਰਦਾਸ ਕੋਈ ਅੰਨਾ ਨਹੀਂ ਸੀ, ਉਹ ਬਹੁਤ ਅੱਛਾ ਹੀ, ਬੜੇ ਕਵਿਤਾ ਲਿਖਦਾ ਸੀ, ਬਾਣੀ ਲਿਖਦਾ ਸੀ, ਰਾਗ ਬਹੁਤ ਅੱਛੀ ਸੀ। ਲੇਕਿਨ ਜਦੋਂ ਅੱਖਾਂ ਨੇ ਧੋਖਾ ਦਿੱਤਾ, ਅੱਖਾਂ ਨੂੰ ਸਮਝਾਇਆ, ਨਹੀਂ ਸਮਝਿਆ ਉਹਨੇ, ਫਿਰ ਆਖਰ ਉਹਨਾਂ ਨੂੰ ਸਜ਼ਾ ਦੇ ਦਿੱਤੀ। ਸਾਨੂੰ ਹਰ ਬੰਦੇ ਨੂੰ ਹਰ ਚੀਜ਼, ਸਾਡੇ ਸਰੀਰ ਜਿਹੜਾ, ਇਹ ਸਾਡੀਆਂ ਅੱਖਾਂ ਸਾਨੂੰ ਧੋਖਾ ਦੇ ਰਹੀਆਂ, ਸਾਡਾ ਬੋਲ ਚਾਲ ਸਾਨੂੰ, ਕੰਨ ਸਾਨੂੰ ਧੋਖਾ ਦੇ ਰਹੇ, ਸੁਣੀ ਸੁਣਾਈ ਗੱਲ ਤੋਂ ਅਸੀਂ ਲੜਾਈ ਝਗੜਾ ਕਰਕੇ ਤੋਂ ਜੇਲ੍ਹਾਂ ਵਿੱਚ ਜਾਣਾ ਸ਼ੁਰੂ ਕਰ ਦਿੰਦੇ ਹਾਂ, ਅਦਾਲਤਾਂ 'ਚ ਭੁਗਤਦੇ ਹਾਂ। ਹਰ ਚੀਜ਼ ਸਾਨੂੰ ਧੋਖਾ ਦੇ ਰਹੀ ਹੈ। ਇਸ ਵਾਸਤੇ ਸਵਾਮੀ ਜੀ ਮਹਾਰਾਜ ਫਰਮਾਉਂਦੇ ਹੈ ਕਿ ਜੋ ਤੈਨੂੰ ਸਤਿਗੁਰ ਕਹਿੰਦਾ ਸੋ ਕਰ, ਤੂੰ ਇਸ ਮਨ ਦੀ ਗੱਲ ਮੰਨੀ ਨਾ। ਜਿਸ ਦਿਨ ਵੀ ਤੂੰ ਮਨ ਦੀ ਗੱਲ ਮੰਨੀ, ਉਸ ਦਿਨ ਸਮਝ ਲੈ ਤੂੰ ਧੋਖਾ ਲੱਗ ਗਿਆ ਤੈਨੂੰ। ਗੁਰ ਕਹੇ ਕਰੋ ਤੁਮ ਸੋਈ, ਮਨ ਕੇ ਚੱਲੋ ਮਤ ਕੋਈ। ਜਿਸ ਦਿਨ ਵੀ ਤੂੰ ਮਨ ਦੀ ਗੱਲ ਮੰਨੀ, ਉਸ ਦਿਨ ਸਮਝ ਲਈ ਕਿ ਤੇਰਾ ਕੀਤਾ ਕਰਾਇਆ ਸਭ ਮਿੱਟੀ 'ਚ ਮਿਲ ਗਿਆ, ਔਰ ਤੇਰੇ ਅੰਦਰ ਉਹ ਤਾਕਤ ਆ ਰਹੀ ਹੈ। ਉੱਥੇ ਮਹਿਫਲਾਂ ਦਾ ਕੰਮ ਨਹੀਂ, ਪਾਰਟੀਆਂ ਦਾ ਕੰਮ ਨਹੀਂ, ਉੱਥੇ ਇਕੱਲਿਆਂ ਬੈਠ ਕੇ ਤੈਨੂੰ ਉਹਦੇ ਨਾਲ ਆਪਣੀ ਬਿਰਤੀ ਨੂੰ ਜੋੜਨਾ ਪੈਣਾ। ਤੂੰ ਬੈਠ ਅਕੇਲਾ ਧਿਆਨ ਧਰ ਤੋ ਮਿਲੇ ਨਿਸ਼ਾਨੀ ਸ਼ਬਦ ਕੀ। ਸਵਾਮੀ ਜੀ ਮਹਾਰਾਜ ਫਰਮਾਉਂਦੇ ਹੈ ਕਿ ਤੂੰ ਇਕੱਲਾ ਬੈਠ ਔਰ ਇਕੱਲਾ ਬੈਠ ਕੇ ਅੰਦਰ ਧਿਆਨ ਧਰ,
ਤੇਰੇ ਅੰਦਰ ਸ਼ਬਦ ਆ ਰਿਹਾ ਹੈ, 24 ਘੰਟੇ ਆ ਰਿਹਾ। ਇਹ ਮਹਿਫਲਾਂ ਦਾ ਕੋਈ ਕੰਮ ਨਹੀਂ, ਪਾਰਟੀਆਂ ਦਾ ਕੋਈ ਕੰਮ ਨਹੀਂ, ਤੈਨੂੰ ਇਕੱਲਿਆਂ ਹੀ ਬੈਠਣਾ ਪਏਗਾ। ਇਕੱਲਿਆਂ ਬੈਠਣਾ ਬਹੁਤ ਔਖਾ ਹੈ। ਕਈ ਵਾਰ ਅਸੀਂ ਵਿਚਾਰ ਕੀਤੀ ਹੈ ਕਿ ਬਾਬਾ ਜੀ ਨੇ ਇੱਕ ਛੋਟੀ ਜਿਹੀ ਜਗ੍ਹਾ ਦੇ ਵਿੱਚ 5-6 ਫੁੱਟ ਗੁਫਾ ਦੇ ਵਿੱਚ ਇਕੱਲਿਆਂ ਬੈਠ ਕੇ ਤਪੱਸਿਆ ਕੀਤੀ 40 ਸਾਲ, ਕਿਸੇ ਦੀ ਗੱਲ ਨਹੀਂ ਮੰਨੀ, ਮਨ ਦੇ ਕਹਿਣੇ 'ਤੇ ਨਹੀਂ ਚਲੇ, ਜੋ ਮੁਰਸ਼ਿਦ ਨੇ ਕਿਹਾ ਸੋ ਕੀਤਾ। 40 ਸਾਲ ਤਪੱਸਿਆ ਕੀਤੀ, ਮਨ ਦੀ ਨਹੀਂ ਮੰਨੀ। ਇੱਕ ਛੋਟੀ ਜਿਹੀ ਜਗ੍ਹਾ ਦੀ ਇੰਨੀ ਜਗ੍ਹਾ ਫੈਲ ਗਈ ਹੈ, ਇਤਨਾ ਉਸ ਦਾ ਵਾਧਾ ਹੋ ਗਿਆ, ਕੋਈ ਪਤਾ ਹੀ ਨਹੀਂ ਲੱਗਦਾ ਕਿ ਕਿਤਨੀ ਉਹ ਫੈਲ ਗਈ ਹੈ, ਕਿੱਥੋਂ ਤੱਕ ਚਲਾ ਗਈ ਹੈ। ਇਸ ਵਾਸਤੇ स्वामी जी महाराज जो कुछ बाणी 'ਚ फरमा रहे, क्योंकि संत जो साढ़े दे वर्तमान ਹੁੰਦਾ है, वो संत सानू बाणी राਹੀਂ ਦੱਸਦੇ ਹੈ कि देखियो किते धोखा ना खा जाए। ਜਦੋਂ ਤੁਸੀਂ ਧੋਖਾ ਖਾ ਗਏ ਸਮਝ ਲਓ ਉਸ ਵਕਤ ਗਏ। ਜਦੋਂ ਮਨ ਦੀ ਗੱਲ ਮੰਨ ਲਈ ਉਸ ਵਕਤ ਤੁਸੀਂ ਗਏ। ਉਸ ਵਕਤ ਕੋਈ ਤੁਹਾਡੇ ਪਾਸ, ਚਾਹੇ ਤੁਸੀਂ ਜਗ ਮੋਸ਼ੇ ਕੀਤੇ ਹੈ, ਚਾਹੇ ਤੀਰਥ ਕੀਤੇ ਹੈ, ਚਾਹੇ ਕੋਈ ਤਪੱਸਿਆ ਕੀਤੀ ਹੈ, ਬਿਲਕੁਲ ਖਤਮ ਹੋ ਜਾਣੀ ਸਾਰੀ। ਇਸ ਵਾਸਤੇ ਸੰਤ ਸਾਨੂੰ ਬੜੇ ਤਰੀਕੇ ਨਾਲ ਸਮਝਾਉਂਦੇ ਹੈ, ਐ ਪਿਆਰੇ ਤੂੰ ਜਗਤ 'ਤੇ ਆਇਆ ਹੈ, ਦੇਖੀ ਕਿਤੇ ਧੋਖਾ ਨਾ ਖਾ ਜਾਏ। ਜਿਨ੍ਹਾਂ ਲੋਕਾਂ ਨੇ ਧੋਖਾ ਖਾ ਲਿਆ, ਚਾਹੇ ਕੋਈ ਰਿਸ਼ੀ ਹੋਇਆ, ਚਾਹੇ ਕੋਈ ਸਾਧੂ ਹੈ, ਚਾਹੇ ਕੋਈ ਮੁਨੀ ਹੈ, ਚਾਹੇ ਤਪੱਸੀ ਹੈ, ਉਹਨਾਂ ਦੇ ਇਤਿਹਾਸ ਜਿਹੜੇ ਚੱਲ ਰਹੇ ਹੈ। ਰਾਜੇ ਇੰਦਰ ਨੂੰ ਧੋਖਾ ਲੱਗਾ, ਇੰਦਰਾਪੁਰੀ ਦਾ ਰਾਜ ਕਰਦਾ ਹੋਈ ਉਸ ਨੂੰ ਮਾਤ ਲੋਕ ਦੇ ਵਿੱਚ ਆਉਣਾ ਪਿਆ ਔਰ ਗੌਤਮ ਰਿਸ਼ੀ ਦੇ ਘਰ ਕੂਕਰ ਕਰਮ ਕੀਤਾ, ਸਾਰੀ ਜ਼ਿੰਦਗੀ ਨੂੰ ਰੋਗ ਲਾ ਲਿਆ। ਇਸ ਵਾਸਤੇ स्वामी जी महाराज ਬਾਣੀ 'ਚ ਫਰਮਾ ਰਹੇ ਹੈ ਕਿ ਹੈ ਪਿਆਰੇ ਦੇਖੀ ਕਿਤੇ ਧੋਖਾ ਨਾ ਖਾ ਜਾਈਂ। ਜਗਤ 'ਤੇ ਆਉਣਾ ਬਾਰੋਂ-ਬਾਰ ਨਹੀਂ, ਜਗਤ 'ਤੇ ਆਉਣਾ ਸਾਡਾ ਬਹੁਤ ਮੁਸ਼ਕਲ ਹੈ। ਅਸੀਂ 84 ਦਾ ਚੱਕਰ ਭੁਗਤ ਕੇ ਇਸ ਸੰਸਾਰ 'ਤੇ ਆਏ ਹਾਂ ਔਰ ਮਨੁੱਖਾ ਜਨਮ ਦੇ ਵਿੱਚ, ਇਹ ਮਨੁੱਖਾ ਜਨਮ ਸਾਰਿਆਂ ਜਨਮਾਂ ਦਾ ਅਵਸਰ ਹੈ ਔਰ ਇਹ ਇੱਕ ਮੁਕਤੀ ਦਾ ਦਰਵਾਜ਼ਾ ਹੈ। ਚਾਹੇ ਅਸੀਂ ਅੰਦਰ ਚਲਾ ਜਾਈਏ, ਚਾਹੇ ਅਸੀਂ ਬਾਹਰ ਚਲਾ ਜਾਈਏ, ਇਸ ਤੋਂ ਬਾਅਦ ਹੋਰ ਕੋਈ ਵੀ ਸਾਨੂੰ ਸਮਾਂ ਨਹੀਂ ਮਿਲਣਾ। ਇਹ ਸਮਾਂ ਸਾਨੂੰ ਬਹੁਤ ਹੀ ਵਧੀਆ ਸਮਾਂ ਮਿਲਿਆ ਹੈ, ਅੱਛਾ ਸਮਾਂ ਮਿਲਿਆ ਹੈ, ਇੱਕ ਹੀਰਾ ਜਨਮ ਮਿਲਿਆ ਜਿਸ ਦੀ ਕੋਈ ਕੀਮਤ ਨਹੀਂ, ਕੋਈ ਕੀਮਤ ਨਹੀਂ। ਇੱਕ ਇੱਕ ਸਵਾਸ ਸਾਡੇ ਦੀ ਕੋਈ ਕੀਮਤ ਨਹੀਂ ਜੋ ਪਰਮਾਤਮਾ ਸਾਨੂੰ ਦੇ ਰਿਹਾ ਹੈ। ਕਬੀਰ ਸਾਹਿਬ ਜੀ ਮਹਾਰਾਜ ਜਦੋਂ ਦੁਨੀਆ ਵਿੱਚ ਆਏ, ਦੇਖਿਆ ਕਿ ਕੀ ਦੁਨੀਆ ਕੀ ਕਰ ਰਹੀ ਹੈ, ਕੀ ਮੰਗ ਰਹੀ ਹੈ। ਇਹ ਜਿਹੜੇ ਪਰਮਾਤਮਾ ਨੇ ਸਾਨੂੰ ਸਵਾਸ ਦਿੱਤੇ ਹੈ, ਕਿਤਨੀ ਕੀਮਤ ਹੈ। ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਮਿੱਟੀ 'ਚ ਰੋਲ ਰਹੇ ਹਾਂ, ਇਹਨਾਂ ਪਾਸੋਂ ਅਸੀਂ ਕੋਈ ਫਾਇਦਾ ਨਹੀਂ ਲੈ ਰਹੇ। कबीर साहब जी महाराज फरमाते हैं, कहता हूँ क्या कहूँ क्या बजाऊँ ढोल, सुहासा खाली जात है 3 लोग का मूल। ਉਹ ਭਾਈ ਮੈਂ ਕਹਿ ਰਿਹਾ ਕੀ ਕਮਾਂ ਮੈਂ ਢੋਲ ਵਜਾਵਾਂ, ਇੱਕ ਸਵਾਸ ਤੁਹਾਡਾ ਮਾਲਕ ਦੀ ਬੰਦਗੀ ਤੋਂ ਜਿਹੜਾ ਜਾ ਰਿਹਾ ਹੈ, ਤਰਲੋਕੀ ਵੀ ਦਿੱਤੀ ਜਾਵੇ ਤੇ ਵਾਪਸ ਨਹੀਂ ਮਿਲ ਸਕਦਾ। ਜੇ ਵਾਪਸ ਮਿਲਣ ਤਾਂ ਰਾਜੇ ਮਹਾਰਾਜੇ ਲੈ ਸਕਦੇ ਹੈ, बड़े बड़े अरबापति शाहूकार ਜਿਹੜੇ ਆ ਉਹ ਖਰੀਦ ਸਕਦੇ ਹੈ। एक ਸਵਾਸ ਦੀ ਕੀਮਤ ਤਰਲੋਕੀ ਵੀ ਗੁਰੂ ਸਾਹਿਬ ਜੀ कबीर साहब जी फरमाते हैं, अगर दी जाए तो श्वास नहीं मिल सकता। साढ़े 24,000 श्वास दिन रात दे सानू मिल रहे हैं। असी कदी सोचिया नहीं कि साढ़े हीरे मोती किधर जा रहे हैं, किस तरह जा रहे हैं, कित्थे असी सुट रहे हैं, कित्थे असी मिट्टी च रोल रहे हैं, किस काम च असी ला रहे हैं। महाराज तीसरी पातशाही गुरु अमरदास जी ने फरमाया बाणी दे विच, तंदा तावत दिन गया रात गवाई सोए। साड़ी हालत संत दस देंदे है कि भाई की कर रहे हैं तू, दुनिया के धंधे च दिन गुजार दिता
और रात तू सौ के गुजार दी। तू इंसान है, कुत्ते बिल्ले भी सौ गए, पशु भी सौ गए, परिंदे भी सौ गए, कीड़े मकोड़े भी रात के वेले सौ गए, तू भी नाल सौ गया। की फर्क रहा उन्होंने ते तेरा की फर्क रहा? भावें एक बुढ़ा बंदा सौ जाए, पहलवान भी कोल सै जाए, तो पहरा चोर तो लुट के लै गए, भावें पहलवान होया सौ तो गया। की फर्क रहा साडा? असी पशुओं के नाल भी, कुत्ते बिल्ले भी सौ गए, परिंदे भी सौ गए, कीड़े मकोड़े भी सौ गए। उन्हां दी हस्ती की है, साडी की है? असी कदी नहीं सोचिया कि असी कौन हैगे आ। कितना ही परमात्मा ने सानू सोच समझ दी है, तो की कुछ असी कर सकते हैं, तो की कर रहे हैं, ये बारे असी कदी सोचिया नहीं। ये फकीर ही आके इत्थे सोचते हैं, जिहड़े सानू एक एक श्वास बारे भी दसदे हैं कि खाली नहीं जाना चाहिए, सास गुरास ना बिसरे, खांदियां पींदियां भी ना बिसरे, सौंदियां भी ना बिसरे, चलदियां फिरदियां भी ना तू उसनूं बसार। तू हर वक्त ही उन्होंने याद रख, जो तैनूं मुरशद ने सिमरन दिता है वो करी जा। कदी भी ना थक ना होटना, कदी आलस ना कर। तेरा एक एक साह जिहड़ा है लेखे विच लगेगा। ये बारे असी सोचना है कि कितने साड़ी कीमती श्वास ने। जिस तरह आम दुनिया की पार्टियां जिहड़ियां वो कहंदियां ने एक वोट जिहड़ी है, एक वोट लखां दे समान होंदी है। एक वोट किसी का वध जाए तो भावें उधर लखां होण, लख तो एक वोट वध गया वो बंदा कामयाब हो जाता। कितनी कीमत है एक वोट की, और कितनी श्वासां की कीमत है। गुरु साहब जी बाणी च फरमाउंदे, कौन बड़ा माया बड़ियाई, कहंदे नहीं सो बड़ा जिस हर ले बुलाई। जिसने परमात्मा की भगती की है, जिसने ईश्वर की भगती की है, नेक पाक काम किए है, वो बड़ा है, चाहे कोई स्त्री, चाहे पुरुष, चाहे गरीब ते चाहे अमीर है। कई बार अगे भी दसिया है, साखी सुनाई है कि ऋषियां मुनिया ने जदों भगवान नूं कहा कि महाराज साढ़े आश्रम में दर्शन दिओ, मंजूर कर लिया, टाइम मुकर कर लिया, पर उसे जंगल दे विच एक भीलनी भी सी जिहड़ी बहुत गरीब सी, लेकिन प्यार उहदा सच्चा सी, बंदगी करदी सी, कखां दी झौंपड़ी सी। उसने भी सोचा कि बड़े बड़े अमीर ने ऋषि मुनि, शायद मेरी झौंपड़ी च भगवान नूं आउण देण या नहीं, पर जे आ भी जाणगे तो मैं भोग काहदा लगावांगी, मेरे पास तो कुछ नहीं हैगा। प्यार प्यार ही हुंदा है। जंगल भी चला गई, चख चख के बेर तोड़े मिठे, कि कोई कौड़ा बेर ना चला जाए भगवान नूं। जदों वो समा आया, भगवान जी जदों आए आश्रम विच ऋषियां मुनियां दे, पुछया कि मकान किहदा है? जी मेरा है। दूसरे नूं पुछया जी मेरा है, तीसरे नूं पुछया जी मेरा है। इस तरह मेरा मेरा करते चला गए। पुछया इत्थे कोई होर भी साधु है? कहने लगे जी एक भीलनी है, बड़ी दूर जी दस्या उहदा कुठिया। भगवान जी उत्थे चला गए। पुछया कि झौंपड़ी किस दी है? देखो जिहड़ा प्यार हुंदा है वो सिखाया नहीं सिखदा बंदा, वो पहलां ही सिक्ख्या हुंदा है, पहलां उहदे अंदर ही होवे ते बाहर आउंदा है। जो अंदर सो बाहर, जिहड़ी चीज़ अंदर हुंदी है वो बाहर आउंदी है बंदे दे। भीलनी ने कहा महाराज, उठ के खड़ी हो गई, हाथ बन ले, पाला पा लिया गल विच, बड़ी निवरता दे नाल, बड़े प्यार दे नाल कहा महाराज मैं भी आप दी हाँ,
ये झोंपड़ी भी आपदी है, मेरा इत्थे कुछ नहीं है। उत्थे भगवान जी बैठ गए और जूठे बेर पीलनी दे खाधे। सारे ऋषि मुनि जितने भी सी सारे परेशान होए कि की बनया। साढ़े आलीशान मकान, अच्छे अच्छे असी खाने बनाए, भगवान जी साढ़े मकाना च बैठे नहीं, साढ़े खाने नहीं खाधे। परेशान जे हो गए। भगवान ने उन्होंने बुलाया, आओ भाई बैठो। मैं सब तो पहला तुहानू पुछया, तुसी किसी ने मैनू नहीं कहा कि तुहाडा मकान है। तुसी अपने अपने मकान दसे है, किसी के मकान च किदां कोई बैठ सकता है। इस विचारी गरीबणी ने कखां दी झोंपड़ी है चाहे, इसने सानू कहा है कि ये तुहाडी है ते मैं भी तुहाडी हाँ, मेरा इत्थे कुछ नहीं है। ये मैं मेरी जड़ी है, ये श्री गुरु रविदास महाराज ने भी फरमाया है कि मैं मेरी नूं छड्ड के बंदगी कर। जितने चिर मैं मेरी नहीं असीं छड्डदे, बंदगी हो नहीं सकती। इसने सानू भाई ये झोंपड़ी सौंपी है, तुसी नहीं किया भी, जो ये पास है सी उसदा असीं भोग लगाया है, हुण तुहाडा की इतराज है। उत्थे उन्होंने कहा कि जिन प्रेम किया तिन प्रभ पाया। ये प्यार का सौदा है, ये बड़े छोटे का मतलब नहीं, कोई अकल का कम नहीं, पैसों का कम नहीं, समझदारी का कम नहीं, इत्थे प्यार का सौदा है। कोई भी उस मालिक नाल प्यार कर सकता है और उस मालिक नूं पा सकता है। इस वास्ते सानू चाहिए कि मन के धोखे विच नहीं आना चाहिए, क्योंकि मन का काम है कि हर वक्त ही ये धोखा देने वास्ते तैयार है। ये ज्यों ज्यों बंदा अच्छे काम करेगा ज़्यादा मगर चढ़ेगा भी अच्छे क्यों करता हैगा, इसनों अपने कंट्रोल च मैं लियावां। हजूर कई बार फरमाउंदे हुंदे सी, जिहड़े वकीलों के एजेंट होंदे है, वकील भावें किते गया होवे ते गाहक जे लिआउंदा तो कहंदा नहीं वकील तो इत्थे होने सी, तू दस की काम करवाउणा है। कागज भी खरीद लैंदा, पैसे भी उहदे लवा ले, पैसे लवा लो के कहंदा ओहो वकील साहब कहंदे मैं फलानी शहर जाना है, कल आउणा है, परसों आउणा है, चल तू परसों आ जाए। एजेंट फसा लिया, गाहक नूं फसा लैंदा है। इसे तरह मन जिहड़ा ये जीव नूं फसा लैंदा है, किसी न किसी तरीके नाल फसा लैंदा है। इहदा एक मूँह नहीं, इहदी एक अख नहीं, इहदे कई रूप ने, कई रूपों दे विच सानू ये ठग लैंदा है। इहदे पासों सैंती ही बचदे है। वो क्यों बचदे है? वो सिर्फ सतगुर दा आसरा ते सतगुर दा ध्यान रख के बचदे है, नहीं तां बच नहीं सकता कोई। जदों असीं इहदे रूप नूं देखांगे उसले गए समझो, उस वक्त साडे पल्ले कुछ भी नहीं रह सकता। कई बार अगे भी दसिया, धनी धर्मदास 14 करोड़ का शाहूकार सी। जदों कबीर साहब जी धर्मी, वो उसने अपना नाम धर्मी रखाया सी, ते जिहड़ियां चुल्हे 'च लकड़ां बालदा सी वो भी धो के बालदा सी, ईमानदारी अपनी दसदा सी। एक बार कबीर साहब ने सोचा है ते ईमानदार है पर गलत पासे जा रहा है। कबीर साहब ने जाके चुल्हे 'चों लकड़ कट के बाहर मारी, हज़ारां ही जीव उहदे विचों निकले। जदों हज़ारां जीव निकले, कबीर साहब ने कहा वो धर्मी आ, ये धर्म है, तू धर्मी ना रखाया अपना। उत्थे गुप्त हो गए कबीर साहब जी। धनी धर्मदास नूं चिंता पै गई, इन्नी चिंता पै गई खाना पीना छुट गया। ਉਹਦੀ शाहूकारनी ने कहा कि महाराज तुसी रोटी पानी छको, गुड़ ते मक्खियां बड़ियां है,
ਤੁਸੀਂ ਜਗ ਕਰੋ ਤੇ ਆਪੇ ਸਾਧੂ ਆਉਣਗੇ, ਜਿਹੜਾ ਆਏਗਾ ਉਹ ਤੇ ਤੁਸੀਂ ਪਛਾਣ ਲਿਓ। ਜਗ ਸ਼ੁਰੂ ਹੋ ਗਿਆ, 14 ਕਰੋੜ ਰੁਪਈਆ ਲੱਗ ਗਿਆ। ਜਦੋਂ 14 ਕਰੋੜ ਹੀ ਖਤਮ ਹੋ ਗਿਆ, ਸੋਚਦਾ ਹੁਣ ਕੀ ਕਰਾਂਗਾ ਮੈਂ। ਬੜਾ ਬੰਦਾ ਜਿਹੜਾ ਉਹ ਛੋਟਾ ਕੋਈ ਕੰਮ ਵੀ ਨਹੀਂ ਕਰ ਸਕਦਾ। ਸੋਚਿਆ ਕਿਸੇ ਦਰਿਆ 'ਚ ਚੱਲ ਕੇ ਛਾਲ ਮਾਰ ਕੇ ਮਰ ਜਾਂਦਾ। ਚਲਾ ਗਿਆ ਦਰਿਆ ਦੇ ਕਿਨਾਰੇ 'ਤੇ। ਜਦੋਂ ਛਾਲ ਮਾਰਨ ਲੱਗਾ ਤੇ ਕਬੀਰ ਸਾਹਿਬ ਨੇ ਬਾਂਹ ਫੜ ਲਈ। ਕੀ ਕਰਨ ਲੱਗਾ ਹੈ? ਪਿੱਛੇ ਦੇਖਿਆ, ਕਹਿੰਦਾ ਤੂੰ ਹੁਣ ਆਇਆ, ਮੇਰਾ ਰਿਹਾ ਕੱਖ ਨਹੀਂ ਤੇ ਪਹਿਲਾਂ ਕਿੱਥੇ ਸੀ? ਕਹਿੰਦਾ ਤੇਰੀ ਘਰਵਾਲੀ ਕਹਿੰਦੀ ਗੁੜ ਤੇ ਮੱਖੀਆਂ ਬੜੀਆਂ, ਅਸੀਂ ਸੋਚਿਆ ਗੁੜ ਮੁੱਕ ਜਾਓ ਤੇ ਫਿਰ ਜਾਵਾਂਗੇ। ਗੁੜ ਹੀ ਮੁੱਕ ਜਾਏਗਾ, ਅਸੀਂ ਮੱਖੀ ਨਹੀਂ ਹੈਗੇ, ਅਸੀਂ ਭੰਮਰੇ ਹਾਂ, ਅਸੀਂ ਮੱਖੀਆਂ ਨਹੀਂ ਹੈਗੇ। ਅਸੀਂ ਸੋਚਿਆ ਵੀ ਗੁੜ ਮੁੱਕ ਜਾਏਗਾ ਤਾਂ ਫਿਰ ਜਾਵਾਂਗੇ। ਚੱਲ ਵਾਪਸ ਆਤਮ ਕਰਨਾ ਠੀਕ ਨਹੀਂ, ਆਤਮ ਘਾਤ ਕਰਨਾ ਜਿਹੜਾ ਇਹ ਠੀਕ ਨਹੀਂ, ਕਈ ਜਨਮਾਂ ਵਿੱਚ ਆਉਣਾ ਪੈਂਦਾ ਹੈ। ਧਨੀ ਧਰਮਦਾਸ ਨੂੰ ਨਾਮ ਬਖਸ਼ਿਆ ਔਰ ਸਾਰੇ ਪਰਿਵਾਰ ਨੂੰ। ਇੱਕ ਲੜਕੇ ਨੇ ਨਾਮ ਨਹੀਂ ਲਿਆ, ਉਹ ਕਿਸੇ ਹੋਰ ਨੂੰ ਮੰਨਦਾ ਸੀ। ਆਖਿਰ ਧਨੀ ਧਰਮਦਾਸ ਨੇ ਇਹ ਬੇਨਤੀ ਕੀਤੀ ਕਬੀਰ ਸਾਹਿਬ ਅੱਗੇ ਕਿ ਮਹਾਰਾਜ ਮੈਂ ਹੁਣ ਕੁਛ ਨਹੀਂ ਮੰਗਦਾ, ਮੈਨੂੰ ਇੱਕ ਚੀਜ਼ ਦਿਓ ਕਿ ਮੇਰਾ ਧਿਆਨ ਤੁਹਾਡੇ ਚਰਨਾਂ 'ਚ ਰਹੇ, ਹੋਰ ਕਿਸੇ ਪਾਸੇ ਨਾ ਜਾਵੇ। ਮੈਂ ਨਾ ਹੁਣ ਦੌਲਤ ਮੰਗਦਾ, ਨਾ ਕੋਈ ਪਰਿਵਾਰ ਮੰਗਦਾ, ਨਾ ਮਾਣ ਵਡਿਆਈ ਮੰਗਦਾ ਹਾਂ, ਸਿਰਫ ਇੱਕ ਚੀਜ਼ ਮੰਗਦਾ ਕਿ ਮੇਰਾ ਧਿਆਨ ਤੁਹਾਡੇ ਚਰਨਾਂ 'ਚ ਰਹੇ, ਹੋਰ ਕਿਤੇ ਪਾਸੇ ਨਾ ਜਾਵੇ। ਸੋ ਜਦੋਂ ਸਾਡਾ ਧਿਆਨ ਜਿਹੜਾ ਕਿਸੇ ਹੋਰ ਪਾਸੇ ਜਾਂਦਾ ਹੈ, ਉਦੋਂ ਅਸੀਂ ਠੱਗੇ ਜਾਂਦੇ ਹਾਂ, ਕਿਉਂਕਿ ਠੱਗਾਂ ਦੇ ਹੱਥ ਚੜ੍ਹ ਜਾਂਦੇ ਹਾਂ ਅਸੀਂ। ਇੱਕ ਫਕੀਰ ਨੇ ਬੜਾ ਸੋਹਣਾ ਫਰਮਾਇਆ, ਇੱਥੋਂ ਉੱਡ ਜਾ ਭੋਲਿਆ ਪੈਂਛੀਆ, ਲੈ ਤੂੰ ਆਪਣੀ ਜਾਨ ਬਚਾ, ਇੱਥੇ ਡਾਕੇ ਪੈਣ ਦੁਪਹਿਰ ਨੂੰ ਤੇਰਾ ਦੇਣਗੇ ਆਲੜਾ ਢਾ, ਇੱਥੇ ਘਰ ਘਰ ਫਾਹੀਆਂ ਗੱਡੀਆਂ ਤੈਨੂੰ ਦੇਣਗੇ ਫਾਇਲਾ। ਦੁਪਹਿਰ ਕਿਹੜੀ ਹੈ? ਇਹਦੀ ਜੋਬਨ ਅਵਸਥਾ। ਡਾਕੇ ਕੌਣ ਮਾਰਦੇ ਨੇ? ਕਾਮ ਕ੍ਰੋਧ ਮੋਹ ਲੋਭ ਹੰਕਾਰ। ਉਹ ਇਹਦਾ ਆਲੜਾ ਸਰੀਰ ਜਿਹੜਾ ਤੁੰਮ ਦਿੰਦੇ। ਔਰ ਜਿਸ ਪਾਸੇ ਵੀ ਤੁਸੀਂ ਮੂੰਹ ਕਰੋਗੇ ਉੱਥੇ ਫਾਈ ਲੱਗੀ ਹੈ। ਠੱਗ ਤਿਆਰ ਹੈਗੇ ਨੇ ਠੱਗਣ ਵਾਸਤੇ। ਇਸ ਵਾਸਤੇ ਸੰਤ ਸਾਨੂੰ ਇਹੀ ਸਮਝਾਉਂਦੇ ਆ ਕਿ ਭਾਈ ਦੇਖਿਓ ਕਿਤੇ ਠੱਗਾਂ ਦੇ ਹੱਥ ਨਾ ਚੜ੍ਹ ਜਾਇਓ। ਇੱਥੇ ਬੜੀ ਮੁਸ਼ਕਿਲ ਤੁਹਾਨੂੰ ਇਹ ਜਨਮ ਮਿਲਿਆ ਹੈ। ਜੇ ਜਗਤ 'ਤੇ ਆਇਓ ਤਾਂ ਫਿਰ ਕੋਈ ਅੱਛਾ ਕੰਮ ਕਰ ਲਓ, ਨੇਕ ਪਾਕ ਕੰਮ ਕਰੋ ਔਰ ਭਜਨ ਸਿਮਰਨ ਕਰੋ, ਸਾਧ ਸੰਗਤ ਦੀ ਸੇਵਾ ਕਰੋ, ਤਾਂ ਕਿ ਜਿਹਦੇ ਵਿੱਚ ਤੁਹਾਨੂੰ ਕੁਛ ਮਿਲਣਾ ਹੈਗਾ। ਹਾਂਜੀ। ਧੋਖਾ ਮਤ ਖਾਨਾ ਜਗ ਆਏ ਪਿਆਰੇ, ਧੋਖਾ ਮਤ ਖਾਨਾ ਜਗ ਆਏ, ਕੋਈ ਮੀਤ ਨਾ ਜਾਨੋ ਆਪਣਾ, ਸਭ ਠੱਗ ਬੈਠੇ ਫਾਸੀ ਲਾਏ। ਸਵਾਮੀ ਜੀ ਮਹਾਰਾਜ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਕੋਈ ਆਪਣਾ ਮਿੱਤਰ ਤੁਸੀਂ ਸਮਝੋ ਨਾ, ਇਹ ਸਾਰੇ ਠੱਗ ਬੈਠੇ ਹੈ, ਸਾਰਿਆਂ ਨੇ ਫਾਂਸੀਆਂ ਲਗਾਈਆਂ ਨੇ। ਕਿਸੇ ਨਾਲ ਵੀ ਤੁਸੀਂ ਜਿੰਨਾ ਮਰਜ਼ੀ ਇਹ ਭਲਾ ਕਰ ਲਓ, ਜਿੰਨਾ ਮਰਜ਼ੀ ਕਿਸੇ ਦੀ ਮਦਦ ਕਰ ਲਓ, ਲੇਕਿਨ ਆਖਰ ਉਹ ਦੁਸ਼ਮਣ ਬਣ ਜਾਂਦਾ। ਕਿਸੇ ਨੂੰ ਵੀ ਤੁਸੀਂ ਕਰੋ, ਕੋਈ ਵੀ ਭਾਵੇਂ ਬੰਦਾ ਹੈਗਾ, ਉਹ ਸੱਜਣ ਨਹੀਂ ਰਹਿੰਦਾ। ਇਹ ਸੰਤਾਂ ਨੂੰ ਪਤਾ ਹੈ ਸਾਰਾ, ਤਦ ਬਾਣੀ 'ਚ ਉਹਨਾਂ ਲਿਖਿਆ ਕਿ ਕੋਈ ਮਿੱਤਰ ਨਹੀਂ ਬਣ ਸਕਦਾ, ਕੋਈ ਵੀ ਸੱਜਣ ਨਹੀਂ ਬਣ ਸਕਦਾ। ਜਿੰਨਾ ਮਰਜ਼ੀ ਤੁਸੀਂ ਉਹਦੇ ਨਾਲ ਭਲਾ ਕਰੋ, ਜਿਤਨਾ ਮਰਜ਼ੀ ਉਹਦੀ ਕੋਈ ਮਦਦ ਕਰੋ, ਆਖਰ ਦੁਸ਼ਮਣ ਬਣ ਜਾਏਗਾ। ਹਾਂਜੀ।
कोई मीत न जानो अपना, सब ठग बैठे फांसी लाए। जब सच्चा होए चगल चले डगर गुरु, तब ही चौंके रोके आए। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਜਦ ਵੀ ਕੋਈ ਇਨਸਾਨ ਸੱਚਾ ਹੋ ਕੇ ਪਰਮਾਤਮਾ ਦੀ ਤਰਫ ਚੱਲਦਾ ਹੈ ਤਾਂ ਉਸ ਨੂੰ ਰੋਕਣ ਵਾਲੇ ਹਜ਼ਾਰਾਂ ਹੀ ਤਿਆਰ ਹੋ ਜਾਂਦੇ। ਜਿਨ੍ਹਾਂ ਨੇ ਕਦੀ ਕਿਤੇ ਪਾਣੀ ਵੀ ਨਹੀਂ ਪਿਲਾਇਆ ਕਿਸੇ ਨੂੰ, ਉਹ ਵੀ ਰੋਕਣ ਵਾਸਤੇ ਤਿਆਰ ਹੋ ਜਾਂਦੇ। ਉਹ ਵੀ ਉਹਨੂੰ ਬੜੀਆਂ ਸਲਾਹਾਂ ਦਿੰਦੇ ਹੈ ਕਿ ਭਾਈ ਤੇਰਾ ਕੋਈ ਇਹ ਕੰਮ ਹੈ, ਤੇਰੀ ਕੋਈ ਉਮਰ ਹੈ, ਤੂੰ ਆ ਜੋ ਕੰਮ ਕਰ ਰਿਹਾ ਹੈ ਤੇਰੀ ਉਮਰ ਹੈ ਕੋਈ ਇਹ, ਅੱਜ ਤੇਰਾ ਫਲਾਣਾ ਕੰਮ ਹੈ, ਤੂੰ ਢੀਂਗਰਾ ਕੰਮ ਹੈ, ਜੇ ਹੈ ਵੋ ਹੈ। ਕਈ ਕੰਮ ਉਸ ਨੂੰ ਦੱਸੇਗਾ, ਕਈ ਕੰਮ ਉਸ ਨੂੰ ਦੱਸੇਗਾ। ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ, ਰੋਕਣ ਵਾਸਤੇ ਤਿਆਰ ਹੁੰਦੇ ਹੈ ਲੇਕਿਨ ਕੋਈ ਮਦਦ ਨਹੀਂ ਕਰ ਸਕਦਾ। ਕੋਈ ਮਦਦ ਨਹੀਂ ਕਰਦਾ ਵੀ ਚੱਲ ਤੂੰ ਚੰਗਾ ਕੰਮ ਕਰ ਰਿਹਾ ਹੈ ਅਸੀਂ ਤੇਰੀ ਮਦਦ ਕਰਦੇ ਹਾਂ, ਨਾ ਇਸ ਬਾਰੇ ਕੋਈ ਨਹੀਂ, ਲੇਕਿਨ ਰੋਕਣ ਵਾਸਤੇ ਤਿਆਰ ਨੇ। ਸੋਚਿਆ ਜਾਵੇ, ਪੁੱਛਿਆ ਜਾਏ ਕਿ ਟਾਈਮ ਹੈ ਕਿਹੜਾ ਹੈ ਸਾਡੀ ਜ਼ਿੰਦਗੀ ਦਾ, ਤੇ ਪਤਾ ਨਹੀਂ ਰਾਤ ਆਉਣੀ ਹੈ ਜਾਂ ਦਿਨ ਆਉਣਾ ਹੈ ਜਾਂ ਨਹੀਂ ਆਉਣਾ, ਸਾਡੀ ਗਰੰਟੀ ਤੇ ਕੋਈ ਹੈ ਨਹੀਂ। ਉਹ ਕਿਹੜਾ ਵਕਤ ਹੈ ਜਿਸ ਵਕਤ ਅਸੀਂ ਬੰਦਗੀ ਕਰਾਂਗੇ। ਤਾਂ ਆਪਣੀ ਗੱਲ ਕਰਨੀ ਤਾਂ ਨਹੀਂ ਚਾਹੀਦੀ, ਕੋਈ ਮਾਣ ਨਹੀਂ ਇਹਦੇ ਵਿੱਚ, ਪਰ ਮੌਕੇ ਪਰ ਆਏ ਕਰਨੇ ਵੀ ਪੈ ਜਾਂਦੀ ਹੈ। ਜਦੋਂ ਅਸੀਂ ਘਰੋਂ ਨਿਕਲੇ ਇੱਕ ਬੰਦਾ ਆਇਆ, ਕਹਿੰਦਾ ਤੁਸੀਂ ਘਰੋਂ ਕਿਉਂ ਆਏ ਹੋ, ਕੀ ਤੁਹਾਨੂੰ ਚਾਹੀਦਾ? ਮੈਂ ਕਿਹਾ ਮੈਨੂੰ ਤਾਂ ਕੁਛ ਵੀ ਨਹੀਂ ਚਾਹੀਦਾ। ਕੋਈ ਤੁਹਾਨੂੰ ਪੈਸੇ ਦੀ ਲੋੜ ਹੈ? ਮੈਂ ਕਿਹਾ ਨਹੀਂ ਮੈਨੂੰ ਪੈਸੇ ਦੀ ਲੋੜ ਨਹੀਂ, ਨਾ ਮੈਂ ਕਿਸੇ ਦਾ ਕਰਜ਼ਾ ਦੇਣਾ, ਨਾ ਕਿਸੇ ਕੋਲੋਂ ਲੈਣੇ ਹੈਗੇ ਹੈ। ਰੋਟੀ ਤਾਂ ਖਾਂਦੇ ਹੀ ਸਾਂ, ਮਿਹਨਤ ਕਰਦੇ ਖਾਂਦੇ ਆ। ਮੈਂ ਕਿਹਾ ਜਿਸ ਚੀਜ਼ ਦੀ ਜ਼ਰੂਰਤ ਉਹ ਉਸੇ ਦੀ ਜ਼ਰੂਰਤ ਹੈ। ਮੈਂ ਕਿਹਾ ਅਤੇ ਤੁਸੀਂ ਘਰ ਚਲੋ। ਮੈਂ ਕਿਹਾ ਚਲੋ ਸੋਚਾਂਗੇ। ਥੋੜ੍ਹੇ ਦਿਨ ਗਏ ਅਤੇ ਫਿਰ ਕੋਈ ਇੱਕ ਆ ਗਿਆ। ਉਹ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਮੇਰੀ ਜਾਨ ਛੱਡੋ, ਤੁਹਾਡਾ ਨੁਕਸਾਨ ਕੀ ਹੈ? ਨੁਕਸਾਨ ਹੋਊ ਤਾਂ ਮੇਰਾ ਆਪਣਾ ਹੋਊਗਾ, ਹੈ ਜੀ। ਅਤੇ ਤੁਹਾਡਾ ਕੀ ਨੁਕਸਾਨ ਹੈ? ਨਾ ਤੁਸੀਂ ਕਦੇ ਬੋਲੇ, ਨਾ ਕਦੇ ਆਏ, ਕਦੇ ਗਏ, ਮਤਾਂ ਤੁਸੀਂ ਦੇਣ ਲੱਗ ਪਏ ਹੋ। ਮੈਂ ਕਿਹਾ ਤੁਸੀਂ ਜਾਓ, ਮੈਂ ਸੋਚ ਲਵਾਂਗਾ। ਇਸ ਤਰ੍ਹਾਂ ਜੋ ਵੀ ਸਵਾਮੀ ਜੀ ਮਹਾਰਾਜ ਲਿਖ ਰਿਹਾ ਠੀਕ ਲਿਖ ਰਿਹਾ। ਕੋਈ ਵੀ ਸੱਚਾ ਹੋ ਕੇ ਪਰਮਾਤਮਾ ਦੀ ਤਰਫ ਚੱਲਦਾ ਹੈ ਅਤੇ ਜਿਨ ਕਦੇ ਪਾਣੀ ਨਹੀਂ ਕਿਸੇ ਨੂੰ ਪਿਲਾਇਆ, ਉਹ ਵੀ ਉਹਦਾ ਉਸ ਵੇਲੇ ਹਮਦਰਦੀ ਬਣ ਜਾਂਦਾ ਰੋਕਣ ਵਾਸਤੇ। ਕੀ ਕਰਨਾ, ਕੀ ਟਾਈਮ ਹੈ, ਇਸ ਲਈ ਤੂੰ ਫਲਾਣਾ ਕੰਮ ਕਰਨਾ ਹੈ, ਫਲਾਣਾ ਕਰਨਾ ਹੈ, ਫਲਾਣਾ ਕਰਨਾ ਹੈ। 50 ਕੰਮ ਉਸ ਨੂੰ ਦੱਸ ਦੇਣਗੇ। ਕਿਹੜਾ ਟਾਈਮ ਹੈ ਬੰਦੇ ਦਾ? ਸੋਚਿਆ ਜਾਵੇ ਤਾਂ ਟਾਈਮ ਹੈ ਕਿਹੜਾ ਹੈ? ਸਾਹ ਦਾ ਤਾਂ ਪਤਾ ਨਹੀਂ ਆਉਣਾ ਵੀ ਹੈ ਜਾਂ ਨਹੀਂ ਆਉਣਾ। ਇੱਕ ਮੁਸਲਮਾਨ ਫਕੀਰ ਨੇ ਫਰਮਾਇਆ ਕਿ ਆਦਮੀ ਜਿਹੜਾ ਕਿ ਆਦਮੀ ਕਾਹਦੇ ਨਾਲ ਆਦਮੀ ਹੈ? ਆਦਮ। ਮੁਸਲਮਾਨ ਕਹਿੰਦੇ ਆ ਉਸ ਨੂੰ ਦਮ, ਸਾਹ ਨੂੰ ਆਦਮ। ਜੇ ਦਮ ਆਇਆ ਤਾਂ ਆਦਮੀ ਹੈ, ਜੇ ਨਹੀਂ ਆਇਆ ਤਾਂ ਕੁਛ ਵੀ ਨਹੀਂ, ਮਿੱਟੀ ਹੈ। ਕੋਈ ਗਰੰਟੀ ਨਹੀਂ ਕਿਸੇ ਦੀ, ਪਤਾ ਨਹੀਂ ਰਾਤ ਆਉਣੀ ਜਾਂ ਦਿਨ ਆਉਣਾ ਜਾਂ ਨਹੀਂ ਆਉਣਾ, ਕਿਸ ਵਕਤ ਅਸੀਂ ਬੰਦਗੀ ਕਰਾਂਗੇ। ਇਹ ਸੰਤ ਮਹਾਂਪੁਰਖ ਹੀ ਸਾਨੂੰ ਸਮਝਾਉਂਦੇ ਆ ਕਿ ਭਾਈ ਮਨੁੱਖਾ ਜਨਮ 'ਚ ਰਹਿੰਦੇ ਹੋਈ ਤੁਸੀਂ ਆਪਣਾ ਟਾਈਮ ਜਿਹੜਾ ਹੈ ਉਹ ਭਜਨ ਸਿਮਰਨ 'ਚ ਲਾ ਦਿਓ, ਆਪਣੇ ਮਾਲਕ ਵੱਲ ਲਗਾਓ, ਤਾਂ ਕਿ ਤੁਹਾਨੂੰ ਕੋਈ ਨਾ ਕੋਈ ਫਾਇਦਾ ਮਿਲ ਜਾਏ। ਬਾਕੀ ਦੁਨੀਆ ਦਾ ਜੀਵ ਕੋਈ ਬੰਦਾ ਵੀ ਕਿਸੇ ਨੂੰ ਕਹਿਣ ਵਾਸਤੇ ਤਿਆਰ ਨਹੀਂ। ਹਾਂਜੀ। जब सच्चा होए चले डगर गुरु, तब ही चौके रोके आए। ऊंच नीच
बचन तोख के मन को तेरे दे परमाए। स्वामी जी एक शब्द च फरमाउंदे है, कोई सज्जन बन भरमावे, कोई दुश्मन बन धमकावे। जदों सज्जन बन के समझाउंदा है, जे जीव नहीं समझदा तो फिर उसनूं उल्टे फुलटे बचन कहंदा है। जदों किसी नूं उल्टे फुलटे बचन के है, फिर भी उसदा मन नहीं लगदा भजन ते। वो फिर सोचां विचारां च कई दिन लंघ जांदे है कि मैं इस गल दा आ जवाब देना सी, इस गल दा उहनूं आ जवाब देना सी, इस दा आ जवाब देना सी। कई दिन सोचां विचारां दे विच ही उहदे गलत जांदे। ये हालत दुनिया दी है, ये भी दुश्मनी है, ये बहुत बड़ी दुश्मनी है। जिहड़ा भजन दा एक टाइम नहीं लगना बंदे दा, उधर ध्यान नहीं लगना, सोचां विचारां दे विच रहना है, ये भी पाप है। तद ही लग सकता है, जे शांति प्यार मुहब्बत होवे ते तद ही उस पासे टाइम लगता है। जदों किसी नूं उल्टे फुलटे लफ्ज़ कह दिओ, गलत कह दिओ, वो सोचता ही रहिंदा बंदा कि मैं इहदा जवाब आ देना सी, आ देना सी, आ देना सी। कई दिन सोचां विच पिया रहिंदा है। कितना पाप है। ये भी गलत गया, वो समा ही गलत चला जाता है। ये भी ठगी है, ये भी ठगी है साढ़े नाल। ये कबीर साहब नूं जदों जाके कबीर साहब दे श्रद्धालुओं ने कहा, महाराज लोग तुहाड़ी निंदिया करते हैं, साढ़े कोलों बर्दाश्त नहीं होंदी। कबीर साहब ने कहा, सोचा कि जे असीं किसी नूं पुछिआ भी तू करना तो उन्हें कहना मैं नहीं करता। तद भी साडा टाइम गया। उन्होंने कहा कबीर साहब ने कि करन दो, निंदो निंदो लोको मैनू निंदो, निंदिया मेरी माता और पिता है, मेरे बड़े प्यारे है। निंदक दे प्रताप दे नाल असी पार लंघ गया, निंदक विच डुब गया है। निंदक साडा मजदूर एक किस्म का मजदूरी कर रहा बिना पैसों दे। निंदो मैनू बड़ी प्यारी है निंदिया, निंदिया दे नाल मेरी तरक्की हो रही है। जिथे मेरा नहीं पता उथे भी पता लग जाता, उथे भी जाके पता दे आउंदे हैं निंदक। इस वास्ते फकीर बड़ी समझदारी नाल बचते है, नहीं तो लोग बचन नहीं देंदे, बचन नहीं देंदे हैगे। ये बहुत ही कोई मालिक की मेहर होवे ते बचे, नहीं तो नहीं। हाँ जी। ऊंच नीच कहे बचन तोख के, मन को तेरे दे परमाए। इनसे रहना समझ बूझ कर, है ये वैरी हित दिखलाए। गुरु साहब जी बड़े प्यार दे नाल फरमा रहे है, रहना भी इन्हां दे विच है और रहना भी समझ बूझ के। जाना भी कोई जंगलों च नहीं जाना, जंगलों च जिहड़े फकीर जाते हैं तपस्या करते हैं, उन्होंने फिर वसदियां च आउणा पैंदा है, क्योंकि मन दीयां ख्वाहिशां जिहड़ियां मुकदियां नहीं। ट्राई इहदी इत्थे ही होनी है, इसे दुनिया दे विच ही। जो सहज मत जोग दे फकीर ने वो यही कहते हैं कि रहना इत्थे ही है, जाना किते भी नहीं, लेकिन समझ बूझ के रहना है। सहजो भाई ने, सहजो भाई की स्त्री हुई है, उसने बहुत तपस्या की है। उसने अपनी बाणी च लिखिया है, सहजो जगत विच रहना तो किस तरह रहना, जिस तरह मुख विच जीभ रहिंदी है। जीभ का इशारा दिता है, जिस तरह मुख च जीभ रहिंदी है, खाने नूं बल बल के दंदां दे थल्ले जीभ देगी, लेकिन आप नहीं आउंदी। खाना नूं इकट्ठा करके दंदां दे थल्ले लै आउंदी है, आपे फौरन निकल जाती है। और जद भी खाना बरीक होंदा है तो फिर उस खाने नूं अपने उत्ते
ਜੀਵ ਦੇ ਲੈ ਕੇ ਉਹਦਾ ਜੈਕਾ ਸਵਾਦ ਜਿਹੜਾ ਹੈ ਉਹ ਫਿਰ ਦੱਸਦੀ ਹੈ। ਇਸੇ ਤਰ੍ਹਾਂ ਫਕੀਰ ਜਿਹੜੇ ਹੈ ਉਹ ਰਹਿੰਦੇ ਇਸੇ ਦੁਨੀਆ ਵਿੱਚ ਨੇ। ਮਾਖਣ ਮਾਖਣ ਸੰਤੋਂ ਖਾਇਆ, ਸ਼ਾਹ ਪੀਆ ਸੰਸਾਰਾ। ਉਹ ਮੱਖਣ ਕਿਹੜਾ ਖਾਧਾ ਸੰਤਾਂ ਨੇ ਕਿ ਸ਼ਬਦ ਦੀ ਲਜਤ ਲਈ। ਔਰ ਸੰਸਾਰ ਜਿਹੜਾ ਹੈ ਇਹ ਸ਼ਾਹ ਲੱਸੀ ਪੀਂਦਾ ਰਿਹਾ, ਇਹਦੇ 'ਚ ਨਾ ਤ੍ਰਿਵਤ ਹੈ ਨਾ ਇਹਦੇ 'ਚ ਮੱਖਣ ਹੈ। ਲੜਾਈ ਝਗੜਾ ਸਾਰਾ, ਲੜਾਈਆਂ ਝਗੜਿਆਂ ਦਾ ਕੰਮ ਬਣ ਗਿਆ। ਇਹਨਾਂ ਨੂੰ ਕੁਛ ਨਹੀਂ ਮਿਲਣਾ। ਔਰ ਸੰਤ ਸ਼ਬਦ ਦਾ ਰਸ ਲੈ ਗਏ ਇਹਨਾਂ ਦੇ ਵਿੱਚ ਰਹਿੰਦੇ ਹੋਏ। ਇਹ ਸਹਿਜੋ ਕਿ ਇਸ ਤਰ੍ਹਾਂ ਸੰਸਾਰ ਵਿੱਚ ਰਹਿਣਾ ਜੀ, ਜਿਸ ਤਰ੍ਹਾਂ ਮੁੱਖ 'ਚ ਜੀਵ ਰਹਿੰਦੀ ਹੈ। ਔਰ ਆਪਣੀ ਜ਼ਿੰਦਗੀ ਬਾਰੇ ਸਹਿਜੋ ਬਾਈ ਨੇ ਫਰਮਾਇਆ, ਚੱਲਣਾ ਹੈ ਰਹਿਣਾ ਨਹੀਂ, ਚੱਲਣਾ ਵਿਸਵਾ ਵੀਸ। ਐ ਸਹਿਜੋ ਤਿੰਨਕ ਸੁਹਾਗ ਪਰ ਕਾਹੇ ਗੰਧਾਵੇਂ ਸੀਸ। ਇੱਕ ਤਿਨਕਾ ਜਿਹੜਾ ਤੋੜਦਿਆਂ ਕਿੰਨਾ ਕੁ ਚਿਰ ਲੱਗਦਾ ਹੈ। ਚੱਲਣਾ ਹੈ ਰਹਿਣਾ ਨਹੀਂ। ਸਹਿਜੋ ਬਾਈ ਨੇ ਕਿਹਾ ਕਿ ਜਾਣਾ ਹੀ ਜਾਣਾ ਇੱਕ ਦਿਨ। ਇੱਕ ਤਿਨਕਾ ਜਿਹੜਾ ਤੋੜਨਾ ਹੈ ਉਹ 'ਚ ਕਿੰਨਾ ਕੁ ਚਿਰ ਲੱਗਦਾ ਹੈ? ਕੁਛ ਵੀ ਨਹੀਂ ਲੱਗਦਾ। ਇਹ ਤੇਰੀ ਜ਼ਿੰਦਗੀ ਹੈ। ਕਾਹੇ ਗੰਧਾਵੇਂ ਸੀਸ, ਕਾਹਦੇ 'ਤੇ ਸ਼ੌਂਕਾਂ ਕਰਨੀਆਂ ਨੇ? ਜ਼ਿੰਦਗੀ ਤਾਂ ਉਹ ਹੈ ਹੀ ਨਹੀਂ। ਜਿਹਨਾਂ ਵੀ ਨਾਮ ਦੀ ਕਮਾਈ ਕੀਤੀ ਹੈ ਉਹਨਾਂ ਤਜਰਬੇ ਕੀਤੇ। ਹਾਂਜੀ, इनसे रहना समझ बूझ कर है ये वैरी हित दिखलाए। ਸਭ ਸਵਾਰਥ ਦੇ ਸੰਗੀ ਨੇ। ਕਿਸੇ ਦਾ ਵੀ ਸਵਾਰਥ ਹੁੰਦਾ ਰਹੇ ਉਹ ਸੱਜਣ ਬਣਿਆ ਰਹਿੰਦਾ ਹੈ। ਜਿਹਦਾ ਸਵਾਰਥ ਨਾ ਹੋਵੇ ਉਹ ਦੁਸ਼ਮਣ ਬਣ ਜਾਂਦਾ। ਭਰਾ ਭਰਾ ਦਾ ਦੁਸ਼ਮਣ ਬਣ ਜਾਂਦਾ, ਪਿਓ ਪੁੱਤ ਦਾ ਬਣ ਜਾਂਦਾ, ਧੀਆਂ ਪੁੱਤਰ ਸਭ ਬਣ ਜਾਂਦੇ ਹੈਗੇ, ਰਿਸ਼ਤੇਦਾਰ ਬਣ ਜਾਂਦੇ ਦੁਸ਼ਮਣ। ਅਗਰ ਕਿਸੇ ਦਾ ਸਵਾਰਥ ਹੁੰਦਾ ਰਹਿੰਦਾ ਹੈ ਤਾਂ ਉਹ ਸੱਜਣ ਬਣਿਆ ਰਹਿੰਦਾ। ਹਾਂਜੀ, तेरी हान लाभ नहीं सोचे, अपने स्वार्थ रहे लिपटाए। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ ਪੁਰਸ਼ ਤੇਰੀ ਹਾਨ ਤੇ ਲਾਭ ਬਾਰੇ ਕੋਈ ਨਹੀਂ ਸੋਚਦਾ। ਆਪਣੇ ਸਵਾਰਥ ਵਿੱਚ ਹੀ ਲਪਟੇ ਪਏ ਹੈ ਕਿ ਇਹਨਾਂ ਦਾ ਸਵਾਰਥ ਹੁੰਦਾ ਰਹੇ। ਤੇਰਾ ਭਾਵੇਂ ਜੋ ਮਰਜ਼ੀ ਹਾਲ ਹੋਵੇ, ਤੂੰ ਇਹਨਾਂ ਦਾ ਸਵਾਰਥ ਕਰ, ਇਹਨਾਂ ਦੀਆਂ ਗਰਜਾਂ ਪੂਰੀਆਂ ਕਰੀ ਜਾ। ਤੂੰ ਭਾਵੇਂ ਸਜ਼ਾ ਕੱਟ, ਚਾਹੇ ਜੇਲ੍ਹਾਂ 'ਚ ਚਲੇ ਜਾਏ, ਚਾਹੇ ਨਰਕਾਂ 'ਚ ਚਲੇ ਜਾ। ਤੇਰਾ ਕੋਈ ਫਿਕਰ ਨਹੀਂ ਇਹਨਾਂ ਨੂੰ। ਔਰ ਦੁਨੀਆ ਦੇ ਵਿੱਚ ਦੇਖ ਲਓ ਤੁਸੀਂ, ਹੈ ਵੀ ਇਹੀ ਚਾਲ ਚੱਲ ਰਹੀ ਹੈ। ਭਰਾ ਭਰਾ ਦਾ ਬੈਰੀ ਬਣ ਜਾਂਦਾ, ਪੁੱਤ ਪਿਓ ਦਾ ਬੈਰੀ ਬਣ ਜਾਂਦਾ। ਔਰ ਰਿਸ਼ਤੇਦਾਰ ਸੱਜਣ ਮਿੱਤਰ ਜਿਹਦਾ ਨਹੀਂ ਕੋਈ ਖਾਣਾ ਪੂਰਾ ਹੁੰਦਾ ਉਹੀ ਦੁਸ਼ਮਣ ਬਣ ਜਾਂਦਾ ਹੈਗਾ। ਹਾਂਜੀ, तेरी हान लाभ नहीं सोचे, अपने स्वार्थ रहे लिपटाए। तू भी चतुरा गुर का प्यारा, उन संग रह गुरु चरण समाए। स्वामी जी महाराज बड़े प्यार दे नाल फरमा रहे हैं कि ऐ पुरुष तेरी अकलबंदी जिहड़ी है, समझदारी जिहड़ी है, वो ये है कि रहो उन्हां दे नाल, उन्हां दे संग ही रहो, पर सतगुर दे चरण ना छड्डी। सतगुर दे चरण ना छड्डी, ये तेरी अकलबंदी समझदारी तद है। अगर तू सतगुर दे चरण छड्ड देते, संगत छड्ड देती, फिर तू धोखा खा गया, फिर तैनूं धोखा लग गया। बेशक उन्हां दे नाल रहो,
ਲੇਕਿਨ ਤੂੰ ਆਪਣੀ ਲੈਣ ਨਾ ਛੱਡ। ਹਾਂਜੀ। तू भी चतुरा गुर का प्यारा, उन संग रह गुर चरण समाए, उनको भी इस पांत पलाई, तेरी भगत ना थकती जाए। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ ਕਿ ਉਹਨਾਂ ਨੂੰ ਇਸ ਤਰੀਕੇ ਨਾਲ ਭੁਲਾ ਦੇ, ਤੇਰੀ ਭਗਤੀ ਵੀ ਥੱਕੇ ਨਾ, ਜ਼ਬਰਦਸਤੀ ਨਾਲ ਨਹੀਂ, ਬੌਰ ਬੌਰ ਤੋਂ ਭਗਤ ਕਮਾਏ। ਕਈ ਵਾਰ ਦਰਿਆਵਾਂ ਦੇ ਤਾਰੂਆਂ ਦੀ ਹਜ਼ੂਰ ਸਾਖੀ ਸੁਣਾਉਂਦੇ ਹੁੰਦੇ ਸੀ ਕਿ ਐਸ ਦੁਸ਼ਮਣਾਂ 'ਚੋਂ ਨਿਕਲਣਾ ਜਿਹੜਾ ਹੈ ਇਹ ਬੜੇ ਹਿਸਾਬ ਦੇ ਨਾਲ ਨਿਕਲਣਾ ਹੈ, ਭਗਤੀ ਵੀ ਕਰਨੀ ਹੈ ਔਰ ਇਹਨਾਂ ਕੋਲੋਂ ਨਿਕਲਣਾ ਵੀ ਹੈ। ਤਾਰੂ ਜਿਹੜੇ ਦਰਿਆਵਾਂ ਦੇ ਹੁੰਦੇ ਹੈ, ਅਸੀਂ ਦਰਿਆ ਨਹੀਂ ਟੱਪ ਸਕਦੇ, ਜਿਹੜੇ ਦਰਿਆਵਾਂ ਦੇ ਤਾਰੂ ਉਹ ਟੱਪ ਵੀ ਜਾਂਦੇ ਆ, ਸਵਾਰੀ ਨੂੰ ਵੀ ਲੈ ਜਾਣਗੇ, ਸਵਾਰੀ ਦਾ ਸਮਾਨ ਵੀ ਲੈ ਜਾਣਗੇ। ਕਿਉਂ? ਉਹਨਾਂ ਨੇ ਕੋਰਸ ਕੀਤਾ ਹੈ। ਉਹਨਾਂ ਦਾ ਕੀ ਕੋਰਸ ਹੈ? ਹੌਲੀ ਹੌਲੀ ਉਹ ਚਲਦੇ ਜਾਂਦੇ ਆ, ਪਾਣੀ ਢਾਲ ਜਿਹੀ ਫੜ ਲੈਂਦੇ ਆ, ਪਾਣੀ ਨੂੰ ਕੱਟਦੇ ਜਾਂਦੇ ਆ, ਸਿੱਧਾ ਨਹੀਂ ਜਾਂਦੇ, ਢਾਲ ਫੜ ਲੈਂਦੇ ਆ, ਇੱਕਦਮ ਬੰਨਣ ਲੱਗ ਜਾਂਦੇ ਆ, ਔਰ ਸਵਾਰੀ ਨੂੰ ਵੀ ਲੈ ਜਾਂਦੇ ਆ, ਉਹਦਾ ਸਮਾਨ ਵੀ ਲੈ ਜਾਂਦੇ। ਤੂੰ ਵੀ ਇਸ ਤਰ੍ਹਾਂ ਢਾਲ ਫੜ ਲੈ, ਬੌਰ ਬੌਰ ਤੋਂ ਭਗਤ ਕਮਾਏ। ਤੂੰ ਬੌਰਾ ਜਿਹਾ ਹੋ ਕੇ ਭਗਤੀ ਕਮਾ ਲੈ, ਰਹੋ ਪਾਇਣਾ ਦੇ ਵਿੱਚ ਹੀ, ਪਰ ਭਗਤੀ ਕਮਾ ਲੈ। ਦੇਖੀ ਕਿਤੇ ਭਗਤੀ ਛੱਡ ਨਾ ਦੇ, ਕਿ ਐਸੀ ਜ਼ਬਰਦਸਤੀ ਨਾ ਕਰੀ ਕਿ ਜਿਹਦੇ ਨਾਲ ਤੂੰ ਥੱਕ ਹੀ ਜਾਏ। ਜਿਨ੍ਹਾਂ ਨੇ ਭਗਤੀ ਕਮਾਈ ਹੈ, ਮਿਹਨਤ ਕੀਤੀ ਹੈ, ਉਹ ਬੌਰੇ ਜਿਹੇ ਹੋ ਕੇ, ਭੋਲੇ ਜਿਹੇ ਬਣ ਕੇ ਹੌਲੀ ਹੌਲੀ ਨਿਕਲ ਗਏ। ਜ਼ਬਰਦਸਤੀ ਨਹੀਂ ਨਾਲ, ਜ਼ਬਰਦਸਤੀ ਨਾਲ ਕੋਈ ਕੰਮ ਨਹੀਂ ਹੋ ਸਕਦਾ। ਹਾਂਜੀ। उनको भी इस पांत पलाई, तेरी भगत ना थकती जाए, जो बेमुख गुरु भगत नाम से कोई तरह काबू नहीं पाए। ਗੁਰੂ ਸਾਹਿਬ ਜੀ ਬੜੇ ਪਿਆਰ ਨਾਲ ਸਮਝਾ ਰਹੇ ਹੈ ਕਿ ਜਿਹੜੇ ਭਗਤੀ ਤੋਂ ਬੇਮੁਖ ਜੀਵ ਨੇ, ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਤੁਸੀਂ ਸਮਝਾਓ, ਉਹ ਨਹੀਂ ਸਮਝ ਸਕਦੇ। ਹਜ਼ਰਤ ਬਹੂ ਸਾਹਿਬ ਨੇ ਬਾਣੀ 'ਚ ਲਿਖਿਆ ਹੈ, ਪੱਥਰ ਜਿਨ੍ਹਾਂ ਦੇ ਚਿੱਤ ਬਾਹੂ, ਉੱਥੇ ਜਾਇਆ ਵਸਣਾ ਮੀਂਹ ਆਹੋ। ਜਿਨ੍ਹਾਂ ਦੇ ਚਿੱਤ ਪੱਥਰ ਨੇ, ਉੱਥੇ ਰਹਿਮਤ ਦਾ ਮੀਂਹ ਵੀ ਬਰਸੇਗਾ। ਤੁਸੀਂ ਜਿੰਨਾ ਮਰਜ਼ੀ ਉਹਦੇ ਨਾਲ ਪਿਆਰ ਕਰੋ, ਲੇਕਿਨ ਉਹਨੂੰ ਅਸਰ ਨਹੀਂ ਹੋਏਗਾ। ਸੀਨੇ ਨਰਮ ਨਹੀਂ ਹੁੰਦੇ ਕਾਫਰਾਂ ਦੇ, ਚਾਹੇ ਨਾਲ ਜ਼ਬਾਨ ਦੇ ਚੱਟੀਏ। ਜਿਹਦਾ ਚਿੱਤ ਪੱਥਰ ਹੈ, ਉਹਨੂੰ ਤੁਸੀਂ ਜਿੰਨਾ ਮਰਜ਼ੀ ਸਮਝਾਓ, ਜਿੰਨਾ ਮਰਜ਼ੀ ਪਿਆਰ ਕਰੋ, ਉਹ ਨਹੀਂ ਸਮਝ ਸਕਦਾ। ਕਿਉਂ? ਉਹ ਭਗਤੀ ਤੋਂ ਬੇਮੁਖ ਹੈ। ਜਿਹੜਾ ਭਗਤੀ ਤੋਂ ਬੇਮੁਖ ਉਹ ਸਮਝਣ ਦਾ ਕੋਈ ਮਤਲਬ ਨਹੀਂ ਉਸਦਾ। ਮੁਹੰਮਦ ਸਾਹਿਬ ਦਾ ਚਾਚਾ ਸੀ ਅਬੂ ਜੇਲ। ਮੁਹੰਮਦ ਸਾਹਿਬ ਨੂੰ ਸਾਰੀ ਦੁਨੀਆ ਨੇ ਮੰਨਿਆ, ਮੁਸਲਮਾਨਾਂ ਨੇ, ਲੇਕਿਨ ਚਾਚੇ ਨੇ ਨਹੀਂ ਮੰਨਿਆ। ਆਪਣੀ ਤਾਕਤ ਨਾਲ ਉਹਨਾਂ ਉੱਪਰਲੇ ਦੇਸ਼ਾਂ ਦੇ ਉਹਨੂੰ ਸੈਰ ਕਰਾਏ, ਤਾਂ ਫਿਰ ਕੀ ਕਿਹਾ ਕਿ ਤੂੰ ਜਾਦੂਗਰ ਹੈ। ਉਹਨੂੰ ਪੈਗੰਬਰ ਨਹੀਂ ਸਮਝਿਆ, ਇਹ ਕਿਹਾ ਤੂੰ ਜਾਦੂਗਰ ਹੈ, ਨਹੀਂ ਮੰਨਿਆ। ਇਸ ਵਾਸਤੇ ਸਵਾਮੀ ਜੀ ਮਹਾਰਾਜ ਫਰਮਾ ਰਹੇ ਹੈ, ਜਿਹੜੇ ਭਗਤੀ ਤੋਂ ਬੇਮੁਖ ਨੇ, ਉਹਨਾਂ ਨੂੰ ਜਿੰਨਾ ਮਰਜ਼ੀ ਤੁਸੀਂ ਸਮਝਾਵੋ, ਉਹ ਨਹੀਂ ਸਮਝ ਸਕਦੇ। ਉਹ ਮਨ ਦੇ ਕਾਬੂ ਆਏ, ਮਨ ਸਮਝਣ ਨਹੀਂ ਦਿੰਦਾ, ਕੋਈ ਨਾ ਕੋਈ ਕਾਰਨ ਮਨ ਅੱਗੇ ਰੱਖ ਦਿੰਦਾ ਹੈ,
ਕੋਈ ਨਾ ਕੋਈ ਬਹਾਨਾ ਰੱਖ ਦਿੰਦਾ ਹੈ। ਹਾਂਜੀ। ਜੋ ਬੇਮੁਖ ਗੁਰੂ ਭਗਤ ਨਾਮ ਸੇ, ਕੋਈ ਤਰ੍ਹਾਂ ਕਾਬੂ ਨਹੀਂ ਪਾਏ। तो जुगती से दीन विधि से, छोड़ चलो संग दोष नता है। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਸਮਝਾ ਰਹੇ ਹੈ। ਤੋ ਕਿਸੇ ਜੁਗਤੀ ਨਾਲ, ਪਿਆਰ ਦੇ ਨਾਲ, ਵਿਧੀ ਦੇ ਨਾਲ ਅਗਰ ਤੁਸੀਂ ਉਹਨਾਂ ਦਾ ਸੰਗ ਛੱਡ ਵੀ ਦਿਓ ਤਾਂ ਕੋਈ ਦੋਸ਼ ਨਹੀਂ ਹੈ, ਕੋਈ ਦੋਸ਼ ਨਹੀਂ ਹੈਗਾ। ਜੇ ਉਹਨਾਂ ਦਾ ਕਿਸੇ ਤਰੀਕੇ ਨਾਲ ਸੰਗ ਛੱਡੋ, ਜਲਦੀ ਨਹੀਂ, ਤਰੀਕੇ ਨਾਲ ਸੰਗ ਛੱਡ ਵੀ ਦਿਓਗੇ, ਕੋਈ ਤੁਹਾਨੂੰ ਪਾਪ ਨਹੀਂ ਲੱਗਦਾ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ, ਕਿਸੇ ਵਕਤ ਸੱਚ ਨੂੰ ਕਮਾਉਣ ਵਾਸਤੇ ਝੂਠ ਵੀ ਬੋਲਣਾ ਪੈਂਦਾ, ਲੇਕਿਨ ਝੂਠ ਦਾ ਮੁੱਲ ਕੋਈ ਨਹੀਂ। ਜਦੋਂ ਤੁਸੀਂ ਝੂਠ ਬੋਲ ਕੇ ਸੱਚ ਕਮਾ ਲੈਣਾ ਤਾਂ ਝੂਠ ਦਾ ਬਣਿਆ ਕੀ? ਝੂਠ ਦੀ ਕੋਈ ਕੀਮਤ ਨਹੀਂ ਹੈਗੀ। ਹਾਂ, ਝੂਠ ਬੋਲ ਕੇ ਝੂਠ ਨਹੀਂ ਕਮਾਇਆ ਜਾਏ ਫਿਰ ਪਾਪ ਹੈ। ਝੂਠ ਬੋਲ ਕੇ ਝੂਠ ਕਮਾਇਆ ਜਾਏ ਫਿਰ ਉਹਦਾ ਕਰਮ ਹੈ। ਅਗਰ ਝੂਠ ਬੋਲ ਕੇ ਸੱਚ ਕਮਾਇਆ ਜਾਏ ਤਾਂ ਫਿਰ ਕੁਛ ਨਹੀਂ ਫਰਕ ਪੈਂਦਾ। ਆਪਣੇ ਪੀਆ ਦੇ ਮਿਲਣੇ ਕਾਰਨ 100 ਮਕਰ ਬਣਾਈ ਦਾ। ਆਪਣੇ ਉਸ ਮਾਲਕ ਦੇ ਮਿਲਣ ਵਾਸਤੇ ਕਈ ਮਕਰ ਅਤੇ ਕਈ ਢੰਗ ਬਣਾਉਣੇ ਪੈਂਦੇ ਹੈ। ਇੱਕ ਫਕੀਰ ਨੇ ਬੜਾ ਸੋਹਣਾ ਫਰਮਾਇਆ, ਇਹ ਕੁੱਤੀ ਮਰੇ ਫਕੀਰ ਦੀ ਜਿਹੜੀ ਨਿੱਤ ਟੌਂ ਟੌਂ ਕਰੇ, 5-7 ਮਰਨ ਗੁਆਂਢਣਾ ਰਹਿੰਦੀਆਂ ਨੂੰ ਤਾਪ ਚੜ੍ਹੇ, ਮੈਂ ਜਾਏ ਮਿਲਾਂ ਆਪਣੇ ਪੀਰ ਨੂੰ, ਮੇਰੇ ਰਾਹ ਵਿੱਚ ਕੋਈ ਨਾ ਅੜੇ। ਕੁੱਤੀ ਕਿਹੜੀ ਹੈ? ਦੁਨੀਆ ਦੀ ਮਾਇਆ। ਇਹ ਟੌਂ ਟੌਂ ਕਰਦੀ ਹਰ ਵਕਤ। 5-7 ਕੌਣ ਨੇ? 5 ਸਾਡੇ ਅੰਦਰ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ, ਮਨ ਔਰ ਮਾਇਆ। ਦੂਸਰੀਆਂ ਇਹਦੀਆਂ ਸ਼ਾਖਾਂ ਜਿਹੜੀਆਂ ਨੇ, 5-7 ਮਰਨ ਗੁਆਂਢਣਾ, ਰਹਿੰਦੀਆਂ ਨੂੰ ਤਾਪ ਚੜ੍ਹੇ। ਜਿਹੜੀਆਂ ਰਹਿੰਦੀਆਂ ਨੇ ਉਹਨਾਂ ਨੂੰ ਬੁਖਾਰ ਚੜ੍ਹ ਜਾਏ, ਕੋਈ ਮੰਜੇ ਦਾ ਨਾ ਉੱਠੇ, ਮੈਂ ਸਿੱਧਾ ਆਪਣੇ ਪੀਰ ਨੂੰ ਜਾ ਕੇ ਮਿਲਾਂਗਾ, ਮੈਨੂੰ ਕੋਈ ਰਾਜ ਕੋਈ ਦੇਖੇ ਹੀ ਨਾ, ਮੇਰੇ ਰਾਜ ਕੋਈ ਅੜੇ ਹੀ ਨਾ। ਹਾਂਜੀ। तो जुगती से दीन विधि से, छोड़ चलो संग दोष नता है। जो सन्मुख गुरु भगत नाम से, होए कदाचित मेल मिलाए। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਜਿਹੜੇ ਸਤਿਗੁਰ ਦੀ ਭਗਤੀ ਕਰਦੇ ਹੈ ਉਹਨਾਂ ਦਾ ਤੇ ਉਹਨਾਂ ਦਾ ਮੇਲ ਨਹੀਂ ਹੋ ਸਕਦਾ, ਕਦੀ ਵੀ ਮੇਲ ਨਹੀਂ ਹੋ ਸਕਦਾ। ਇੱਕ ਨੇਕ ਪਾਕ ਕੰਮ ਕਰ ਰਿਹਾ, ਭਗਤੀ ਕਰ ਰਿਹਾ, ਇੱਕ ਨਹੀਂ ਕਰ ਰਿਹਾ, ਉਹ ਕਿਸ ਤਰ੍ਹਾਂ ਉਹਨਾਂ ਦਾ ਮੇਲ ਹੋਏਗਾ? ਜਿਸ ਤਰ੍ਹਾਂ ਬਾਣੀ ਫਰਮਾਇਆ, ਲੋਕ ਨਿਆਣੇ ਮੱਤਾਂ ਦਿੰਦੇ, ਆਸ਼ਕਾਂ ਮੱਤ ਨਹੀਂ ਆਵੇ। ਲੋਕ ਜਿਹੜੇ ਬੱਚੇ ਦੀ ਤਰ੍ਹਾਂ ਆਸ਼ਕਾਂ ਨੂੰ ਮੱਤਾਂ ਦਿੰਦੇ ਹੈ, ਲੇਕਿਨ ਆਸ਼ਕਾਂ ਨੂੰ ਮੱਤ ਨਹੀਂ ਆਉਂਦੀ। ਉਹ ਲੋਕਾਂ ਦੀ ਮੱਤ ਲੈਣ ਕਿ ਆਪਣੇ ਸਤਿਗੁਰ ਦੀ ਮੱਤ ਲੈਣ।